हाँ जी संगत जी, वाहिगुरु जी का खालसा वाहिगुरु जी की फतेह। ਲੜੀ ਨੂੰ ਜੋੜਨ ਵਾਸਤੇ ਕਿਰਪਾ ਕਰਕੇ ਸਾਡੀ ਪਿਛਲੀ ਵੀਡੀਓ ਜ਼ਰੂਰ ਸੁਣ ਲਿਓ ਜੀ। ਦੂਸਰੇ ਦਿਨ ਜਦ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਨੂੰ ਸੰਗਤ ਆਈ ਤਾਂ ਉਹਨਾਂ ਨੇ ਦੱਸਿਆ ਕਿ ਦਰਿਆ ਤੋਂ ਪਾਰ ਇੱਕ ਵੱਡਾ ਪਿੰਡ ਬਜਰੂੜ ਹੈ। ਉਸ ਪਿੰਡ ਵਾਲਿਆਂ ਨੇ ਦਰਿਆ ਲੰਘਣ ਲੱਗੀ ਸੰਗਤ ਦਾ ਸਾਰਾ ਮਾਲ ਅਸਬਾਬ ਲੁੱਟ ਲਿਆ ਹੈ ਅਤੇ ਕਈ ਸਿੱਖਾਂ ਨੂੰ ਜਾਨ ਤੋਂ ਹੀ ਮਾਰ ਦਿੱਤਾ ਹੈ। ਅਸੀਂ ਤੁਹਾਡੇ ਨਾਮ ਦਾ ਵਾਸਤਾ ਪਾਉਂਦੇ ਰਹੇ ਪਰ ਉਹਨਾਂ ਨੇ ਇੱਕ ਨਾ ਮੰਨੀ। ਆਪਣੀ ਸੰਗਤ ਦਾ ਇਸ ਤਰ੍ਹਾਂ ਲੁੱਟੇ ਜਾਣਾ ਅਤੇ ਮਾਰੇ ਜਾਣਾ ਸੁਣ ਕੇ ਗੁਰੂ ਜੀ ਨੂੰ ਬਹੁਤ ਕ੍ਰੋਧ ਚੜਿਆ। ਆਪ ਨੇ 2 ਕੁ ਦਿਨਾਂ ਪਿੱਛੋਂ ਰਣਜੀਤ ਨਗਾਰਾ ਵਜਾ ਕੇ ਸ਼ਿਕਾਰ ਦੇ ਬਹਾਨੇ ਬਜਰੂੜ ਉੱਤੇ ਚੜ੍ਹਾਈ ਕਰ ਦਿੱਤੀ। ਨਦੀ ਤੋਂ ਪਾਰ ਜਾ ਕੇ ਆਪ ਜੀ ਦੇ ਯੋਧਿਆਂ ਨੇ ਮਾਰੋ ਮਾਰ ਕਰਕੇ ਬਜਰੂੜ ਨੂੰ ਘੇਰ ਲਿਆ। ਉੱਥੋਂ ਦੇ ਵਸਨੀਕ ਗੁੱਜਰ ਤੇ ਰੰਗੜਾ ਨੇ ਅੱਗੋਂ ਲੜਾਈ ਵਾਸਤੇ ਤਿਆਰ ਹੋ ਕੇ ਆਪਣੇ ਹਥਿਆਰ ਸੰਭਾਲ ਲਏ ਅਤੇ ਪਿੰਡ ਦੇ ਇੱਕ ਛੋਟੇ ਜਿਹੇ ਕਿਲੇ ਵਿੱਚ ਓਟ ਲੈ ਲਈ। ਦੋਹਾਂ ਪਾਸਿਆਂ ਤੋਂ 4 ਘੜੀ ਤੱਕ ਬੜਾ ਘਮਸਾਨ ਦਾ ਜੰਗ ਹੁੰਦਾ ਰਿਹਾ। ਉਪਰੰਤ ਸਿੰਘ ਕਿਲੇ ਦੀ ਦੀਵਾਰ ਟੱਪ ਕੇ ਅੰਦਰ ਵੜ ਗਏ ਅਤੇ ਤਲਵਾਰਾਂ ਨਾਲ ਬਹੁਤ ਵੈਰੀਆਂ ਦੇ ਸਿਰ ਧੜਾਂ ਤੋਂ ਵੱਖ ਕਰ ਦਿੱਤੇ। ਜਦ ਗੁੱਜਰਾਂ ਤੇ ਰੰਗੜਾਂ ਨੇ ਵੇਖਿਆ ਕਿ ਹੁਣ ਉਹਨਾਂ ਦੀ ਗੁਰੂ ਜੀ ਦੇ ਯੋਧਿਆਂ ਅੱਗੇ ਕੋਈ ਪੇਸ਼ ਨਹੀਂ ਜਾਂਦੀ ਤਾਂ ਉਹਨਾਂ ਨੇ ਹੱਥ ਜੋੜ ਕੇ ਕਿਹਾ, ਗੁਰੂ ਜੀ ਆਪਣੇ ਦਾਸ ਜਾਣ ਕੇ ਸਾਡੀ ਜਾਨ ਬਖਸ਼ੀ ਕਰ ਦਿਓ। ਗੁਰੂ ਜੀ ਨੇ ਕਿਲੇ ਤੋਂ ਬਾਹਰ ਕੱਢ ਕੇ ਵੈਰੀਆਂ ਦੇ ਸ਼ਸਤਰ ਖੋਹ ਲਏ ਅਤੇ ਉਹਨਾਂ ਦਾ ਕਿਲਾ ਢਾਹ ਕੇ ਮੈਦਾਨ ਕਰ ਦਿੱਤਾ। ਉਹਨਾਂ ਦੇ ਘਰ-ਬਾਰ ਸਭ ਸਿੰਘਾਂ ਨੇ ਲੁੱਟ ਲਏ। ਇਸ ਤਰ੍ਹਾਂ ਪਿੰਡ ਨੂੰ ਉਜਾੜ ਪੁਜਾੜ ਕੇ ਆਪਣੇ ਸ਼ਹੀਦਾਂ ਦੇ ਸੰਸਕਾਰ ਅਤੇ ਜ਼ਖਮੀਆਂ ਦੀ ਸੰਭਾਲ ਕਰਕੇ ਗੁਰੂ ਜੀ ਵਾਪਸ ਆਨੰਦਪੁਰ ਆ ਗਏ। ਜਿੱਥੇ ਕਿਤੇ ਇਸ ਗੱਲ ਦੀ ਚਰਚਾ ਫੈਲ ਗਈ ਕਿ ਗੁਰੂ ਜੀ ਨੇ ਬਜਰੂੜ ਪਿੰਡ ਦਾ ਕਿਲਾ ਇੱਕ ਛਿਨ ਵਿੱਚ ਢਾਹ ਕੇ ਮੈਦਾਨ ਕਰ ਦਿੱਤਾ ਹੈ ਅਤੇ ਸਿੰਘਾਂ ਦੇ ਅੱਗੇ ਕੋਈ ਵੀ ਪਿੰਡ ਵਾਸੀ ਅੜ ਨਾ ਸਕਿਆ। ਕੇਵਲ ਉਹੀ ਬਚੇ ਹਨ ਜਿਨ੍ਹਾਂ ਨੇ ਗੁਰੂ ਜੀ ਤੋਂ ਮਾਫੀ ਮੰਗ ਲਈ ਜਾਂ ਚੋਰੀ ਛੁਪੇ ਭੱਜ ਕੇ ਜਾਨ ਬਚਾਈ ਹੈ। ਸਿੰਘਾਂ ਦੇ ਬਲ ਦੀਆਂ ਇੰਨੀਆਂ ਖਬਰਾਂ ਨੂੰ ਸੁਣ ਕੇ ਸਾਰੀ ਦੂਨ ਵਿੱਚ ਡਰ ਫੈਲ ਗਿਆ ਅਤੇ ਅੱਗੇ ਤੋਂ ਕਿਸੇ ਪਿੰਡ ਵਾਲੇ ਨੇ ਵੀ ਰਾਸਤੇ ਵਿੱਚ ਆਉਂਦੀ ਸੰਗਤ ਤਥਾ ਗਰੀਬ ਨੂੰ ਕਦੇ ਕਿਸੇ ਸਮੇਂ ਵੀ ਕੁਝ ਨਾ ਆਖਿਆ। ਗੁਰੂ ਜੀ ਨੇ ਇਸ ਇਲਾਕੇ ਵਿੱਚ ਧਰਮ ਦੀ ਨੀਂਹ ਖੜੀ ਕਰ ਦਿੱਤੀ। ਇਸ ਤਰ੍ਹਾਂ ਕੁਝ ਮਹੀਨੇ ਬੀਤ ਗਏ। ਫੱਗਣ ਵਿੱਚ ਸਿੱਖ ਸੰਗਤਾਂ ਦਰਸ਼ਨ ਕਰਨ ਵਾਸਤੇ ਆਨੰਦਪੁਰ ਆਈਆਂ ਅਤੇ ਸਭ ਨੇ ਮਿਲ ਕੇ ਬੜੇ ਉਤਸ਼ਾਹ ਨਾਲ ਹੋਲਾ ਮਨਾਇਆ। ਬੜੇ ਰਾਗ ਰੰਗ ਤੇ ਹਾਸ ਬਲਾਸ ਹੋਏ। ਸਤਿਗੁਰੂ ਜੀ ਬੈਠ ਕੇ ਸਭ ਕੁਝ ਵੇਖ ਸੁਣ ਕੇ ਪ੍ਰਸੰਨ ਹੋ ਰਹੇ ਸਨ ਕਿ ਇੱਕ ਸਿੱਖ ਨੇ ਆਣ ਕੇ ਦੱਸਿਆ, ਗੁਰੂ ਪਾਤਸ਼ਾਹ ਜੀਓ, ਸੰਗਤ ਵਿੱਚੋਂ 2 ਸਿੱਖ ਔਰਤਾਂ ਕਿਸੇ ਪਰਾਏ ਪੁਰਸ਼ ਨਾਲ ਚਲੀਆਂ ਗਈਆਂ ਹਨ। ਸਤਿਗੁਰੂ ਜੀ ਨੇ ਫਰਮਾਇਆ ਕਿ ਮੇਲਿਆਂ ਵਿੱਚ 2 ਪ੍ਰਕਾਰ ਦੇ ਪੁਰਸ਼ ਆਉਂਦੇ ਹਨ। ਇੱਕ ਉਹ ਜਿਹੜੇ ਮਹਾਂਪੁਰਸ਼ਾਂ ਦੇ ਦਰਸ਼ਨ ਕਰਦੇ ਹਨ ਅਤੇ ਉਤਸ਼ਾਹ ਨਾਲ ਤੀਰਥ ਇਸ਼ਨਾਨ ਕਰਕੇ ਆਪਣਾ ਜੀਵਨ ਸਫਲਾ ਕਰਦੇ ਹਨ ਅਤੇ ਦੂਜੇ ਉਹ ਜਿਹੜੇ ਪਾਪ ਕਰਮ ਕਰਕੇ ਆਪਣਾ ਅੱਗਾ ਵਿਗਾੜ ਲੈਂਦੇ ਹਨ। ਗੁਰੂ ਘਰ ਆਣ ਕੇ ਜੈਸਾ ਕੋਈ ਕਰਮ ਕਰੇਗਾ ਵੈਸਾ ਹੀ ਉਸ ਦਾ ਫਲ ਪਾਏਗਾ। ਜਿਹੜੇ ਪੁਰਸ਼ ਗੁਰੂ ਘਰ ਤਥਾ ਤੀਰਥਾਂ ਉੱਤੇ ਜਾ ਕੇ ਮਨ 'ਚ ਖੋਟੇ ਕੰਮ ਚਿਤਵਦੇ ਹਨ ਅਤੇ ਸਰੀਰ ਨਾਲ ਦੂਸਰਿਆਂ ਦੀਆਂ ਚੋਰੀਆਂ ਕਰਦੇ ਹਨ, ਉਹਨਾਂ ਨੂੰ ਦੂਰੇ ਪਾਪ ਕਰਨ ਦਾ ਫਲ ਮਿਲਦਾ ਹੈ। ਇੱਕ ਉਹਨਾਂ ਦੇ ਗੁਰੂ ਘਰ ਤਥਾ ਤੀਰਥ ਦਾ ਸਤਿਕਾਰ ਨਾ ਰੱਖਿਆ, ਦੂਜਾ ਉਹਨਾਂ ਨੇ ਚੋਰੀ ਕੀਤੀ। ਇਸ ਕਰਕੇ ਐਸੇ ਨੀਚ ਪੁਰਸ਼ ਜੋ ਮਨ ਤਨ ਕਰਕੇ ਵਿਕਾਰ ਕਰਦੇ ਹਨ ਉਹਨਾਂ ਨੂੰ 2 ਪਾਪ ਲੱਗਦੇ ਹਨ। ਇੱਕ ਦਿਨ ਗੁਰੂ ਜੀ ਦੀਵਾਨ ਵਿੱਚ ਬੈਠੇ ਕੀਰਤਨ ਸੁਣ ਰਹੇ ਸਨ। ਜਦ ਭੋਗ ਪਿਆ ਤਾਂ ਇੱਕ ਸਿੱਖ ਨੇ ਉੱਠ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ, ਮੈਂ ਰੋਜ਼ ਹੀ ਇਸ਼ਨਾਨ ਕਰਕੇ ਕੀਰਤਨ ਆਰੰਭ ਹੋਣ ਤੋਂ ਪਹਿਲਾਂ ਹੀ ਸੁਖਮਣੀ ਸਾਹਿਬ ਦਾ ਪਾਠ ਕਰ ਲੈਂਦਾ ਹਾਂ, ਪਰ ਅੱਜ ਇੱਕ ਅਸ਼ਟਪਦੀ ਮੇਰੀ ਪੜ੍ਹਨ ਵਾਲੀ ਰਹਿ ਗਈ ਸੀ ਕਿ ਰਾਗੀ ਕੀਰਤਨ ਕਰਨ ਆ ਗਏ। ਮੈਂ ਉਹਨਾਂ ਨੂੰ ਬਹੁਤ ਕਿਹਾ ਕਿ ਠਹਿਰ ਜਾਓ, ਮੈਨੂੰ ਸੁਖਮਣੀ ਸਾਹਿਬ ਦਾ ਭੋਗ ਪਾ ਲੈਣ ਦਿਓ, ਫਿਰ ਕੀਰਤਨ ਆਰੰਭ ਕਰਨਾ, ਪਰ ਉਹਨਾਂ ਨੇ ਮੇਰੀ ਕੋਈ ਗੱਲ ਨਾ ਮੰਨੀ ਤੇ ਕੀਰਤਨ ਕਰਨ ਲੱਗ ਪਏ। ਸੱਚੇ ਪਾਤਸ਼ਾਹ ਜੀ, ਇਹਨਾਂ ਨੂੰ ਤਨਖਾਹ ਲੱਗਣੀ ਚਾਹੀਦੀ ਹੈ। ਸਤਿਗੁਰੂ ਜੀ ਸਿੱਖ ਦੀ ਗੱਲ ਸੁਣ ਕੇ ਹੱਸ ਕੇ ਕਹਿਣ ਲੱਗੇ, ਭਾਈ ਸਿੱਖਾ, ਗੁਰਬਾਣੀ ਦਾ ਕੀਰਤਨ ਕਰਨ ਵਾਲਿਆਂ ਨੂੰ ਤਨਖਾਹੀਆ ਨਾ ਸਮਝੋ। ਤਨਖਾਹੀਏ ਉਹ ਹਨ ਜਿਹੜੇ ਗੁਰਬਾਣੀ ਪੜ੍ਹਨ ਸੁਣਨ ਵੇਲੇ ਗੱਲਾਂ ਕਰਦੇ ਹਨ। ਤੂੰ ਹੌਲੀ ਹੌਲੀ ਪਾਠ ਕਰਕੇ ਸੰਗਤ ਨੂੰ ਝਬੀਣੀ ਦਿੰਦਾ ਹੈ, ਜਿਸ ਤੋਂ ਥੋੜੀ ਜਿਹੀ ਤ੍ਰਿਪਤੀ ਹੁੰਦੀ ਹੈ। ਰਾਗੀਆਂ ਉੱਤੇ ਗੁਰੂ ਕੀਆਂ ਬਹੁਤ ਖੁਸ਼ੀਆਂ ਹਨ। ਕਲਯੁਗ ਵਿੱਚ ਕੀਰਤਨ ਤੇ ਨਾਮ ਹੀ ਪੁਰਸ਼ ਦਾ ਉਦਾਰ ਕਰਨ ਵਾਲੇ ਹਨ। ਜੋ ਸ਼ੁੱਧ ਮਨ ਨਾਲ ਸ਼ਬਦ ਦਾ ਕੀਰਤਨ ਕਰਦੇ ਅਤੇ ਸੁਣਦੇ ਹਨ ਉਹਨਾਂ ਦਾ ਜਨਮ ਮਰਨ ਕੱਟਿਆ ਜਾਂਦਾ ਹੈ। ਜਿਹੜਾ ਸ਼ਬਦ ਦੀ ਵਿਆਖਿਆ ਕਰਕੇ ਗੁਰੂ ਦੇ ਬਚਨਾਂ ਤੇ ਨਿਸ਼ਚਾ ਕਰਾਉਂਦਾ ਹੈ ਉਹ ਸੰਗਤ ਨੂੰ ਪਕਵਾਨ ਦਿੰਦਾ ਹੈ।
ਐਸਾ ਵਕਤਾ ਤੇ ਸਰੋਤਾ ਦੋਵੇਂ ਹੀ ਸ਼ੁਭ ਗਤ ਨੂੰ ਪ੍ਰਾਪਤ ਕਰਦੇ ਹਨ। ਗੁਰੂ ਜੀ ਦੇ ਮੁਖਾਰ ਬਿੰਦ ਤੋਂ ਗੁਰਬਾਣੀ ਦੇ ਪਾਠ, ਕਥਾ ਅਤੇ ਕੀਰਤਨ ਕਰਨ ਸੁਣਨ ਦਾ ਮਹਾਤਮ ਸੁਣ ਕੇ ਸਿੱਖ ਸੰਗਤ ਨੇ ਆਨੰਦ ਹੋ ਕੇ ਆਪ ਜੀ ਦੇ ਚਰਨਾਂ ਤੇ ਮੱਥਾ ਟੇਕਿਆ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।